गाड़ी बढ़ के पूछना कोई निशान नहीं करूँ होगा जैसे तो उन्होंने पूछना कर दिया ऐसे नहीं करता है समय फिर सब कुछ कर आके अकोतर को बात बड़ी नील वस्त्र का कपड़े पाले तो प्रधान ने अमर को आया कि नहीं पढ़ रहे कि नहीं को ना कर रहे गुरुदेव गुरु भावे और नावे और कोई आदमी को डॉक्टर नहीं बताओगे और अपना ये बात नहीं बहस में नहीं जाना बस थोड़ी सी आत्मा चाहते हैं बहुत शरीर कह के गुरु गोविंद सिंह साहब ने सामने साहब खीर उतारी ये सब नहीं जाना मिलता हमारी जीवन के लिए बनी जाने की और अभी साल में गुरु साहब ने रक्षा चल गया जीवन जरूरी था उन्हें अपनी करवाई और जानने में भाषा दी सच्ची भाषा की प्यारी साथ संग जी आप जी के सामने साढ़े मानयोग संत गुरयान सिंह जी उपस्थित हैं जिन्हों ने अपने जीवन काल के एक ऐसी घटना वापरी कि 6वीं या 7वीं क्लास सन कि एकदम ही वराग च आ गए ते उच्ची उच्ची कहना शुरू करता धन सतगुरु राम सिंह धन सतगुरु राम सिंह धन सतगुरु राम सिंह ते इन्ने को मस्ताने हो गए कि 6 या 7 जाने ने पढ़ने की कोशिश की पर काबू नहीं आए। उस दिन तो लैके इन्हों के अंदर ऐसा वराग उपजया कि जिथे जिथे भी रहे सतगुरु राम सिंह सच्चे पातशाह जी ने अपने हिरदे च ही वसाई रखा। अज संत राणे वाले की याद इन्होंने ईश्वर प्रकाश डेरा बनाया है। रतवाड़ा साहब पिंड का नाम है। चंडीगढ़ मोहाली ते कुराली के विचकार सेंटर च डेरा है। सतगुरु सच्चे पातशाह की कृपा की उत्थे जाने का मौका मिला तो इस तरह ही बहुत बड़ा गुरमत सम्मेलन करवा रहे सन। 1 लाख के करीब अंदाजा साध संगत का उस वेले इत्थे सी। दूर दूर तक टेलीविजन के राही स्टेज का प्रोग्राम दिखा रहे सन। सतगुरु सच्चे पातशाह जी की कृपा के नाल जदों मैं दर्शन किए संत जी उठ के सच्चे पातशाह जी का संदेशा सुनिया ते नाल ही स्टेज के जिस वेले हुक्म किया तो मैनू ये कहा गया कि सतगुरु राम सिंह जी के जीवन से कुछ आखना है। मैं सकत्तर साहब सरदार गुरदेव सिंह जी उन्होंने पूछा कि इतने तो सारी संगत खुले विचारों वाली है कितने कोई ऐसा ना हो कि किसी गल के उत्ते कोई दुखान पावे। उन्होंने मैंने एक गल कही निझाक होकर सारा तू गल कर सकता प्रचार कर सकता है। संत जी महाराज आप अपनी कथा च लगातार सतगुरु राम सिंह का ही प्रचार करते आ रहे हैं। इस करके इत्थे इस गल की कोई भी झाका नहीं है। उस
ਜਿੱਥੇ ਮੈਨੂੰ ਪਤਾ ਲੱਗਿਆ ਕਿ ਵਾਕਈ ਇਹਨਾਂ ਨੇ ਉਸ ਜਗ੍ਹਾ ਦੇ ਉੱਤੇ ਸਾਧੂ ਰਾਮ ਸਿੰਘ ਦਾ ਝੰਡਾ ਗੱਡਿਆ, ਪ੍ਰਚਾਰ ਕੀਤਾ, ਜਿੱਥੇ ਕਿ ਸਾਡਾ ਪਹੁੰਚਣਾ ਵੀ ਬੜਾ ਔਖਾ ਗਿਆ ਸੀ। ਅੱਜ ਸਾਧੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਏ ਹਨ। ਮੈਨੂੰ ਯਾਦ ਹੈ ਸੱਚੇ ਪਾਤਸ਼ਾਹ ਜੀ ਵਚਨ ਕੀਤਾ ਸੀ ਕਿ ਯੂਪੀ 'ਚ ਜਦੋਂ ਇਹ ਆਪਣਾ ਨਿਵਾਸ ਰੱਖਦੇ ਸਨ, ਸਾਧੂ ਸੱਚੇ ਪਾਤਸ਼ਾਹ ਜੀ ਦਾ ਯੂਪੀ 'ਚ ਦੌਰਾ ਸੀ ਤਾਂ ਉਚੇਚਾ ਸਾਧੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਚਰਨ ਪਾਉਣ ਵਾਸਤੇ ਲੈ ਕੇ ਗਏ ਤੇ ਇੰਨੇ ਨਾਲ ਜੁੜ ਗਏ ਕਿ ਅੱਜ ਦੂਸਰੀ ਵਾਰ ਸ੍ਰੀ ਭੈਣ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਜਦੋਂ ਪਹਿਲਾਂ ਆਇਆ ਸਨ ਬਿਲਕੁਲ ਕੱਚਾ ਸੀ, ਅੱਜ ਸਾਰਾ ਕੁਝ ਵੇਖ ਕੇ ਇੰਨੇ ਖੁਸ਼ ਹੋ ਗਏ ਸਨ ਕਿ ਕਿੰਨਾ ਕੁਝ ਬਣ ਚੁੱਕਿਆ ਹੈ ਮੇਰੇ ਇੰਨੇ ਗੈਪ ਦੇ ਵਿੱਚ। ਤੇ ਉਹ ਹੁਣ ਕਿਰਪਾ ਕਰਨਗੇ 15 ਮਿੰਟ ਵਾਸਤੇ ਆਪ ਜੀ ਦੇ ਸਾਹਮਣੇ ਆਪਣੇ ਨਾਮ ਦਾ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਦਾਸ ਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਇੱਕ ਮਹਾਨ ਤੀਰਥ ਦੇ ਉੱਤੇ ਆਪਣੀ ਜ਼ਿੰਦਗੀ ਦੇ ਅੰਦਰ, ਵੈਸੇ ਤਾਂ ਮੈਂ ਗੁਪਤ ਰੂਪ 'ਚ ਕਈ ਵਾਰੀ ਆਇਆ ਪਰ 2 ਵਾਰੀ ਆਇਆ। ਜੋ ਅਸਰ ਮੈਂ ਕਬੂਲਿਆ ਪਹਿਲੀ ਵਾਰੀ ਉਹ ਇਹ ਸੀ ਕਿ ਜੇ ਕੋਈ ਤਪ ਤੇ ਤਤੀਕਸ਼ਾ ਕਰਦਾ ਹੈ, ਨਾਮ ਜਪਦਾ ਹੈ, ਤਾਂ ਉਹ ਨਾਮਧਾਰੀ ਸਿੰਘ ਹੀ ਹਨ। ਨਾਨਕ ਕੇ ਘਰ ਕੇਵਲ ਨਾਮ, ਨਾਮ ਹੀ ਸਾਡਾ ਵਰਤ ਵਿਹਾਰ ਹੈ, ਨਾਮ ਹੀ ਸਾਡਾ ਆਦਰਸ਼ ਹੈ। ਸੋ ਜੋ ਗੁਰੂਆਂ ਦੀ ਮਹਿਮਾ ਮੇਰੇ ਹਿਰਦੇ ਵਿੱਚ ਵਸੀ, ਉਹ ਬਹੁਤ ਅਭੁੱਲ ਹੈ, ਭੁੱਲੀ ਨਹੀਂ ਜਾ ਸਕਦੀ। ਬੜਾ ਮੇਰੇ ਹਿਰਦੇ 'ਚ ਸਾਰੀ ਜ਼ਿੰਦਗੀ ਪਿਆਰ ਰਿਹਾ, ਹੁਣ ਵੀ ਪਿਆਰ ਹੈ। ਅਤੇ ਉਸੇ ਪਿਆਰ ਦਾ ਸਦਕਾ ਕਿ ਉਹ ਸੰਗਤ ਜਿਸ ਦੇ ਅੰਦਰ ਬੜੀ ਦੁਐਤ ਸੀ, ਮੈਨੂੰ ਇਹ ਕਹਿਣਾ ਪੈਂਦਾ ਸੀ ਕਿ ਇਤਿਹਾਸ ਨੇ 3 ਹਸਤੀਆਂ ਦੇ ਨਾਲ ਬਹੁਤ ਬੜਾ ਧੱਕਾ ਕਰਿਆ। ਉਹਨਾਂ ਦੇ ਵਿੱਚੋਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਨ੍ਹਾਂ ਨੂੰ ਅੱਜ ਤੱਕ ਨਹੀਂ ਸਮਝਿਆ ਗਿਆ ਕਿ ਉਹ ਕੀ ਸਨ। ਦੂਸਰਾ ਸਿੱਖ ਇਤਿਹਾਸ ਦੇ ਅੰਦਰ ਬੰਦਾ ਬਹਾਦਰ ਹੈ, ਜਿਸ ਦੇ ਬਾਰੇ ਸਾਨੂੰ ਸਹੀ ਸੋਝ ਹੀ ਨਹੀਂ ਹੈ। ਬੜੇ ਉਹਨਾਂ ਦੇ ਖਿਲਾਫ ਇਲਜ਼ਾਮ ਲਾਏ ਜਾਂਦੇ ਨੇ। ਤੀਸਰੀ ਜੋ ਪ੍ਰਮੁੱਖ ਹਸਤੀ ਸੰਸਾਰ 'ਤੇ ਆਈ, ਸਤਿਗੁਰੂ ਰਾਮ ਸਿੰਘ ਜੀ ਦੀ, ਉਹ ਪੋਲੀਟੀਕਲ ਜੋ ਉਸ ਵੇਲੇ ਦਾ ਵਾਤਾਵਰਨ ਸੀ, ਉਹਦੇ ਅੰਦਰ ਇਹ ਮਹਾਨ ਹਸਤੀ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਭੁਲਾ ਦਿੱਤਾ ਜਾਵੇ। ਲੇਕਿਨ ਜਿਨ੍ਹਾਂ ਦੇ ਹਿਰਦਿਆਂ 'ਚ ਪਿਆਰ ਸੀ, ਜਿਨ੍ਹਾਂ ਦੇ ਅੰਦਰ ਬਿਰਹਾ ਸੀ, ਉਹਨਾਂ ਦੀ ਜਦ ਹਾਲਤ ਦੇਖਦੇ ਸੀ, ਸੰਸਾਰ ਦੇਖਦਾ ਸੀ, ਉਸ ਵੇਲੇ ਮਹਿਸੂਸ ਹੁੰਦਾ ਸੀ ਕਿ ਕਿੰਨੇ ਜੁੜੇ ਹੋਏ ਨੇ। ਸੋ ਮੈਂ ਜੋ ਬੇਨਤੀ ਕਰਨ ਆਇਆ, ਆਮ ਤੌਰ ਦੇ ਉੱਤੇ ਮੈਂ ਨਾਮਧਾਰੀ ਸਿੰਘਾਂ ਨੂੰ ਕਹਿਣਾ ਵੀ ਤੁਹਾਨੂੰ ਤਾਂ ਕੋਈ ਭਰਮ ਭੁਲੇਖਾ ਨਹੀਂ ਹੈ, ਤੁਹਾਨੂੰ ਸਤਿਗੁਰੂ ਮਿਲੇ ਹੋਏ ਨੇ, ਮਨ ਨਾ ਡਲਾਓ। ਉਹ ਜੋ ਵਚਨ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ ਸਤਿਗੁਰੂ ਦੇ ਬਾਰੇ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਮਨ ਵੇਚ ਦੇਵੋ। ਜਦੋਂ ਮਨ ਵੇਚ ਦਿੱਤਾ ਫਿਰ ਬਾਕੀ ਕੀ ਰਹਿ ਜਾਂਦਾ ਹੈ? ਇਹ ਮਿਸਾਲ ਨਾਲ ਸਮਝ ਆਉਂਦਾ ਹੈ। ਰਾਜਾ ਜਨਕ ਐਲਾਨ ਕਰ ਦਿੱਤਾ ਉਸਨੇ ਕਿ ਮੈਂ ਗੁਰੂ ਧਾਰਨ ਕਰਨਾ, ਕਿਉਂਕਿ ਸਾਧ ਸੰਗਤ ਜੀ, ਗੁਰੂ ਤੋਂ ਬਗੈਰ ਰੂਹਾਨੀ ਮੰਜ਼ਿਲ 'ਤੇ ਨਹੀਂ ਆਦਮੀ ਪਹੁੰਚ ਸਕਦਾ। ਕਿੰਨਾ ਹੀ ਜ਼ੋਰ ਲਾ ਲਵੇ, ਕਿੰਨਾ ਹੀ ਪੜ੍ਹ ਲਵੇ, ਜਿੰਨਾ ਜੀਅ ਕਰਦਾ ਜ਼ੋਰ ਲਾ ਲੇ, ਜਦ ਤੱਕ ਗੁਰੂ ਦੇ ਨਾਲ ਸੰਪਰਕ ਨਹੀਂ ਹੁੰਦਾ, ਓਨੀ ਦੇਰ ਤੱਕ ਰੂਹਾਨੀ ਮੰਜ਼ਿਲ ਤੈਅ ਨਹੀਂ ਕਰ ਸਕਦਾ। ਸੋ ਗੁਰੂ ਦੇ ਨਾਲ ਕਿਸ ਤਰ੍ਹਾਂ ਸਿੱਖ ਦਾ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਜੇ ਤੂੰ ਮੇਰੇ ਕੋਲ ਆਉਣਾ ਹੈ ਨਾ, ਤਾਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ।
ਸਾਡੇ ਆਂਦੇ ਜਿਉਂਦੀ ਕਿਹੜੀ ਚੀਜ਼ ਹੈ? ਹੰਗਤਾ ਤੇ ਮਮਤਾ ਜਿਉਂਦੀ ਹੈ, ਮੈਂ ਭਾਵ ਜਿਉਂਦਾ ਹੈ। ਉਹ ਕਹਿੰਦੇ ਪਹਿਲਾਂ ਇਹਨੂੰ ਮਰਨਾ ਕਬੂਲ ਕਰ ਲੈ, ਮਾਰਨਾ ਕਬੂਲ ਕਰ ਲੈ, ਨਹੀਂ ਤੇਰਾ ਤੇ ਮੇਰਾ ਸੰਬੰਧ ਨਹੀਂ ਜੁੜਨਾ। ਮੇਰੇ ਸਰੀਰਕ ਦਰਸ਼ਨ ਤਾਂ ਤੂੰ ਕਰ ਲੇਗਾ, ਵਚਨ ਵੀ ਸੁਣ ਲੇਗਾ, ਲੇਕਿਨ ਤੇਰੇ ਤੇ ਉਹ ਅਸਰ ਨਹੀਂ ਹੋਣਾ ਜੋ ਗੁਰੂ ਦੇ ਦਰਸ਼ਨਾਂ ਦਾ, ਗੁਰੂ ਦੇ ਬਚਨਾਂ ਦਾ ਹੁੰਦਾ ਹੈ। ਸੋ ਜਦੋਂ ਗੁਰੂ ਧਾਰਨ ਕਰ ਲਿਆ, ਫਿਰ ਵਿਸ਼ਵਾਸ ਕਿੰਨਾ ਹੋਣਾ ਚਾਹੀਦਾ ਹੈ, ਇਹ ਬਾਣੀ ਦੇ ਅੰਦਰ ਵਾਰ-ਵਾਰ ਦੱਸਿਆ ਗਿਆ। ਜਦ ਤੱਕ ਸਿੱਖ ਇੰਨਾ ਵਿਸ਼ਵਾਸ ਨਹੀਂ ਲਿਆਉਂਦਾ, ਉਨੀ ਦੇਰ ਤੱਕ ਗੁਰੂ ਦੀ ਗੌਰ ਵਿੱਚ ਸਮਾ ਨਹੀਂ ਸਕਦਾ। ਸੋ ਰਾਜੇ ਜਨਕ ਨੇ ਐਲਾਨ ਕਰ ਦਿੱਤਾ ਕਿ ਮੈਨੂੰ ਘੋੜੇ 'ਤੇ ਚੜ੍ਹਦੇ ਚੜ੍ਹਦੇ ਜਿਹੜਾ ਗਿਆਨ ਕਰਾ ਦੇਵੇ, ਮੈਂ ਉਸ ਨੂੰ ਗੁਰੂ ਧਾਰਨ ਕਰਾਂਗਾ। ਵੱਡੇ ਵੱਡੇ ਮਹਾਰਿਸ਼ੀ ਭਾਰਤ ਵਰਸ਼ ਦੇ ਉੱਥੇ ਬੈਠੇ, ਸਾਰਿਆਂ ਦਾ ਖਿਆਲ ਸੀ ਕਿ ਜਿੰਨੀ ਦੇਰ ਤੱਕ ਕਰਮ ਅਤੇ ਉਪਾਸਨਾ ਦੇ ਵਿੱਚੋਂ ਨਹੀਂ ਲੰਘਦਾ, ਉਨੀ ਦੇਰ ਤੱਕ ਗਿਆਨ ਦੇ ਵਿੱਚ ਪ੍ਰਵੇਸ਼ ਕਰਨਾ ਜੀਵ ਦੇ ਵਾਸਤੇ ਬਹੁਤ ਮੁਸ਼ਕਲ ਹੈ। ਉਸ ਵੇਲੇ ਇੱਕ ਬੱਚਾ ਉੱਠਿਆ 8 ਸਾਲ ਦਾ, ਜਿਹਦੇ ਸਰੀਰ ਵਿੱਚ 8 ਬਲ ਪੈਂਦੇ ਸਨ ਅਤੇ ਉਹਨੂੰ ਅਸ਼ਟਾਵਕਰ ਕਹਿੰਦੇ ਸੀ। ਉਹ ਜਿਸ ਵਕਤ ਸਟੇਜ 'ਤੇ ਆ ਰਿਹਾ ਸੀ ਤਾਂ ਬੜੇ ਬੜੇ ਜਿਹੜੇ ਧੁਰੰਦਰ ਵਿਦਵਾਨ ਵੱਡੇ ਮਹਾਰਿਸ਼ੀ ਸੀ, ਉਹਨੂੰ ਦੇਖ ਕੇ ਹੱਸ ਪਏ। ਉਹ ਬੱਚੇ ਨੇ ਇਸ ਗੱਲ ਦਾ ਇਤਰਾਜ਼ ਕਰਿਆ ਅਤੇ ਇੱਕ ਤਰਕ ਕੀਤੀ ਕਿ ਰਾਜਾ, ਇਹ ਚਰਮ ਦੇ ਵਪਾਰੀਆਂ ਤੋਂ ਤੂੰ ਗਿਆਨ ਭਾਲਦਾ ਹੈ। ਉਹਨਾਂ ਰਿਸ਼ੀਆਂ ਨੇ ਉਸ ਵੇਲੇ ਆਬਜੈਕਟ ਕੀਤਾ, ਤਰਕ ਕੀਤੀ, ਸ਼ਿਕਾਇਤ ਕੀਤੀ ਕਿ ਰਾਜਨ, ਇਸ ਬੱਚੇ ਨੂੰ ਬੰਦ ਕਰੋ। ਰਾਜਾ ਜਨਕ ਕਹਿਣ ਲੱਗਿਆ ਕਿ ਬਾਲ ਰਿਸ਼ੀ, ਐਸੇ ਕਟਾਕਸ਼ ਨਾ ਤੂੰ ਦੇ, ਸਖਤ ਬਚਨ ਨਾ ਕਰ। ਕਹਿਣ ਲੱਗੇ ਮੈਂ ਕਿਉਂ ਨਾ ਕਰਾਂ? ਇਹ ਸਾਰੇ ਹੱਸੇ ਕਿਉਂ ਨੇ? ਮੇਰੇ ਸਰੀਰ ਨੂੰ ਦੇਖ ਕੇ ਹੱਸੇ ਨੇ ਕਿ 8 ਬਲ ਪੈਂਦੇ ਨੇ। ਮੇਰੀ ਆਤਮਾ ਵਿੱਚ ਤਾਂ ਕੋਈ ਬਲ ਨਹੀਂ, ਮੇਰੇ ਗਿਆਨ ਵਿੱਚ ਕੋਈ ਬਲ ਨਹੀਂ ਹੈ। ਗੰਨੇ ਦੇ ਵਿੱਚ ਭਾਵੇਂ ਕਿੰਨੇ ਹੀ ਬਲ ਹੋਣ, ਪਰ ਰਸ ਵਿੱਚ ਤਾਂ ਕੋਈ ਬਲ ਨਹੀਂ ਹੋਇਆ ਕਰਦਾ। ਗੱਲ ਸਮਝ 'ਚ ਆ ਗਈ। ਉਸ ਵੇਲੇ ਰਾਜੇ ਨੇ ਘੋੜਾ ਮੰਗਾਇਆ, ਇੱਕ ਪੈਰ ਰਕਾਬ 'ਚ ਪਾ ਕੇ ਜਿਸ ਵਾਰ ਚੜ੍ਹਨ ਲੱਗਿਆ, ਉਸ ਵੇਲੇ ਉਸਨੇ ਕਿਹਾ ਠਹਿਰੋ, ਦੇਖੋ ਪਹਿਲਾਂ ਗੁਰੂ ਦਕਸ਼ਨਾ ਦੇਵੋ। ਗਿਆਨ ਹੋ ਜਾਣਾ, ਗਿਆਨ ਹੋਣ ਦੇ ਉੱਤੇ ਜੀਵ ਦਾ ਭਾਵ ਖਤਮ ਹੋ ਜਾਣਾ ਅਤੇ ਕੋਈ ਪਰਮੇਸ਼ਰ ਹਰ ਥਾਂ 'ਤੇ ਤੈਨੂੰ ਨਜ਼ਰ ਆ ਜਾਣਾ। ਇਸ ਤੋਂ ਪਹਿਲਾਂ ਤੂੰ ਗੁਰੂ ਦਕਸ਼ਨਾ ਦੇ। 3 ਚੀਜ਼ਾਂ ਦੇ ਵਿੱਚੋਂ ਇੱਕ ਦੇ ਦੇ ਮੈਨੂੰ, ਤਨ ਦੇ ਦੇ, ਮਨ ਦੇ ਦੇ, ਧਨ ਦੇ ਦੇ। ਰਾਣੀਆਂ ਨਾਲ ਸਲਾਹ ਕਰੀ, ਉਹ ਕਹਿਣ ਲੱਗੀ ਤਨ ਦਿੱਤਾ ਤਾਂ ਤੈਨੂੰ ਲੈ ਜਾਏਗਾ, ਜੇ ਧਨ ਦਿੱਤਾ ਆਪਾਂ ਗਰੀਬ ਹੋ ਜਾਵਾਂਗੇ, ਮਨ ਇਹਦੇ ਹਵਾਲੇ ਕਰ ਦਿਉ। ਉਸ ਵੇਲੇ ਆ ਜਾਂਦਾ, ਆ ਕੇ ਕਹਿਣ ਲੱਗਿਆ ਕਿ ਹੇ ਗੁਰੂਦੇਵ, ਮੈਂ ਆਪਦੇ ਚਰਨਾਂ ਵਿੱਚ ਮਨ ਭੇਟ ਕਰਦਾ। ਉਸ ਵੇਲੇ ਉਸ ਬਾਲ ਰਿਸ਼ੀ ਨੇ ਕਿਹਾ ਕਿ ਰਾਜਨ, ਪਹਿਲਾਂ ਗੱਲ ਸਮਝ ਲੈ, ਸਮਝ ਕੇ ਗੱਲ ਕਰ। ਤੈਨੂੰ ਪਤਾ ਮਨ ਦਾ ਸੁਭਾਅ ਕੀ ਹੁੰਦਾ ਹੈ, ਮਨ ਦਾ ਹਵਾਲੇ ਕਰਨਾ ਕੀ ਹੁੰਦਾ ਹੈ। ਕਹਿਣ ਲੱਗੇ ਜਿਹੜਾ ਸੰਕਲਪ ਉੱਠਦਾ ਹੈ, ਵਿਕਲਪ ਉੱਠਦਾ ਹੈ, ਮਨ ਦਾ ਸੁਭਾਅ ਹੁੰਦਾ ਸੰਕਲਪ ਅਤੇ ਵਿਕਲਪ ਕਰਨਾ। ਇਹ ਦੇਖ ਲੈ, ਤੂੰ ਜਦ ਇਹ ਮੇਰੇ ਹਵਾਲੇ ਕਰੇਗਾ, ਉਹ ਤੋਂ ਬਾਅਦ ਤੂੰ ਕੋਈ ਸੰਕਲਪ ਨਹੀਂ ਉਠਾ ਸਕੇਗਾ। ਸੋ ਉਸਨੇ ਸਮਰਪਣ ਕਰ ਦਿੱਤਾ ਮਨ ਗੁਰੂ ਦੇ ਚਰਨਾਂ 'ਚ। ਉਹਦੇ ਬਾਅਦ ਘੋੜੇ ਦੀ ਰਕਾਬ ਵਿੱਚ ਪੈਰ ਰੱਖਣ ਲੱਗਿਆ ਤਾਂ ਉਸ ਬਾਲ ਰਿਸ਼ੀ ਨੇ ਕਿਹਾ ਕਿ ਰਾਜਨ ਠਹਿਰੋ, ਤੈਨੂੰ ਕਿਸ ਨੇ ਕਿਹਾ ਕਿ ਘੋੜੇ ਦੀ ਰਕਾਬ 'ਚ ਪੈਰ ਰੱਖ? ਮਨ ਤੂੰ ਮੈਨੂੰ ਦੇ ਚੁੱਕਿਆ, ਜਦ ਮਨ ਮੇਰਾ ਹੋ ਗਿਆ ਤਾਂ ਤੂੰ ਘੋੜੇ ਦੀ ਰਕਾਬ 'ਚ ਨਹੀਂ ਪੈਰ ਰੱਖ ਸਕਦਾ ਜਦ ਤੱਕ ਮੈਂ ਨਾ ਤੈਨੂੰ ਕਹਾਂ। ਉਸ ਵੇਲੇ ਚੁੱਪ ਕਰਕੇ ਖੜ੍ਹ ਗਿਆ। ਫੁਰਨਾ ਆਉਂਦਾ ਰੋਕ ਦਿੰਦਾ, ਮਨ ਤਾਂ ਮੈਂ ਗੁਰੂ ਨੂੰ ਦਿੱਤਾ। ਫਿਰ ਫੁਰਨਾ ਆਉਂਦਾ ਰੋਕ ਦਿੰਦਾ। ਅੱਧਾ ਘੰਟਾ ਖੜ੍ਹੇ ਨੂੰ ਹੋ ਗਿਆ। ਉਹ ਤੋਂ ਬਾਅਦ ਇੱਕ ਬ੍ਰਾਹਮਣ ਆਉਂਦਾ ਹੈ, ਉਸਨੇ ਆ ਕੇ ਸ਼ਿਕਾਇਤ ਕਰੀ ਕਿ ਰਾਜਨ, ਮੇਰੀ ਲੜਕੀ ਇਸ ਵੇਲੇ ਡੋਲੀ ਜਾ ਰਹੀ ਸੀ ਅਤੇ ਡਾਕੂਆਂ ਨੇ ਹਮਲਾ ਕਰ ਦਿੱਤਾ, ਤੁਸੀਂ ਛੇਤੀ ਹੁਕਮ ਕਰੋ। 15 ਮਿੰਟ ਉਹ ਇਹ ਗੱਲਾਂ ਕਰੀ ਗਿਆ, ਉਹ ਚੁੱਪ ਕਰਕੇ ਖੜ੍ਹਾ ਰਿਹਾ। 15 ਮਿੰਟ ਤੋਂ ਬਾਅਦ ਬ੍ਰਾਹਮਣ ਕ੍ਰੋਧ 'ਚ ਆ ਕੇ ਬਹੁਤ ਕਠੋਰ ਸ਼ਬਦ ਉਸ ਨੂੰ ਕਹਿਣ ਲੱਗ ਗਿਆ। ਉਸੇ ਤਰ੍ਹਾਂ ਖੜ੍ਹਾ ਰਿਹਾ। ਉਹ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਅਸ਼ਟਾਵਕਰ ਨੇ ਇਹ ਨਿਰਣਾ ਕਰ ਲਿਆ ਕਿ ਸੱਚਮੁੱਚ ਇਸ ਨੇ ਮਨ ਦੇ ਦਿੱਤਾ। ਅਤੇ ਕਹਿਣ ਲੱਗੇ ਰਾਜਨ, ਜਦ ਤੈਂ ਮਨ ਦੇ ਦਿੱਤਾ ਤੈਨੂੰ ਕੀ ਮਹਿਸੂਸ ਹੋਇਆ?
ਉਹ ਕਹਿਣ ਲੱਗੇ ਕਿ ਮਹਾਰਾਜ, ਮੈਨੂੰ ਜੋ ਮਹਿਸੂਸ ਹੋਇਆ ਮਨ ਤੇ ਉੱਪਰ, ਉਹ ਕੇਵਲ ਇੱਕ ਸੁੰਨ ਸੀ। ਕਹਿਣ ਲੱਗੇ ਇਹ ਜਿਹੜੀ ਸੁੰਨ ਹੈ ਇਹ ਕੋਈ ਜ਼ੀਰੋ ਨਹੀਂ ਹੈ, ਇਹ ਜਿਉਂਦੀ ਜਾਗਦੀ ਹਸਤੀ ਹੈ, ਨਿਰਾਕਾਰ ਪਾਰ ਬ੍ਰਹਮ ਪਰਮੇਸ਼ਰ। ਸੋ ਹੁਣ ਤੂੰ ਇਹਦੇ ਇੱਥੇ ਹੀ ਟਿਕਣਾ ਹੈ, ਬਾਕੀ ਹੈ ਤੂੰ ਹੁਣ ਤਖਤ 'ਤੇ ਬੈਠ, ਮਨ ਮੇਰਾ ਹੈ ਅਤੇ ਤੈਂ ਕੰਮ ਕਰਨੇ ਨੇ। ਸੋ ਮਹਾਰਾਜ ਇਸ ਗੱਲ ਨੂੰ ਸਾਨੂੰ ਸਮਝਾਉਂਦੇ ਨੇ ਕਿ ਜੇ ਗੁਰੂ ਦੇ ਨਾਲ ਤੁਸੀਂ ਵਰਤਣਾ ਹੈ ਤਾਂ ਪਿਆਰਿਓ ਮਨ ਨਹੀਂ ਆਪਣੇ ਕੋਲ ਰੱਖਣਾ। ਜਦ ਮਨ ਤੁਸੀਂ ਦੇ ਦਿੱਤਾ ਫਿਰ ਕਾਰੋਬਾਰ ਕਿਵੇਂ ਚੱਲੇਗਾ? ਸਾਰਿਆਂ ਦੇ ਮਨਾਂ 'ਚ ਖਿਆਲ ਆਉਂਦਾ ਵੀ ਫਿਰ ਅਸੀਂ ਤਾਂ ਉੱਠ ਕੇ ਇਸ਼ਨਾਨ ਵੀ ਕਰਨਾ ਹੈ, ਪ੍ਰਸ਼ਾਦਾ ਵੀ ਛਕਣਾ, ਜੇ ਫੁਰਨਾ ਨਹੀਂ ਕਰਦੇ ਪ੍ਰਸ਼ਾਦਾ ਨਹੀਂ ਛਕ ਸਕਦੇ। ਉਹ ਕਿਰਿਆ ਹੈ ਸਰੀਰ ਦੀ ਹੁਕਮ ਦੇ ਮੁਤਾਬਕ ਆਪੇ ਹੀ ਹੁੰਦੀ ਹੈ। ਫੁਰਨਾ ਕਰੋ ਨਾ ਕਰੋ ਪ੍ਰਸ਼ਾਦੇ ਨੇ ਆ ਜਾਣਾ ਅਤੇ ਅੰਦਰੋਂ ਹੁਕਮ ਆ ਜਾਣਾ ਵੀ ਇਹਨੂੰ ਛਕ ਲੈ, ਆਪਣਾ ਆਪ ਨਹੀਂ ਉਹਦੇ 'ਚ ਹੁੰਦਾ। ਮਹਾਰਾਜ ਕਹਿੰਦੇ ਜੇ ਤੂੰ ਮਨ ਵੇਚ ਦੇਵੇਂ ਗੁਰੂ ਨੂੰ ਤਾਂ ਤੇਰੇ ਰੂਹਾਨੀ ਕਾਰਜ ਸਾਰੇ ਰਾਸ ਹੋ ਜਾਣਗੇ। ਜਿੰਨਾ ਚਿਰ ਤੂੰ ਮਨ ਨਹੀਂ ਵੇਚਦਾ ਓਨੀ ਦੇਰ ਤੂੰ ਸੈਪਰੇਟ ਰਹਿਣਾ, ਵੱਖਰਾ ਰਹਿਣਾ। ਸੋ ਮੈਂ ਸਾਰੇ ਨਾਮਧਾਰੀ ਸਿੰਘ ਜਿੰਨੇ ਮੈਨੂੰ ਮਿਲਦੇ ਨੇ, ਮੈਂ ਕਿਹਾ ਤੁਸੀਂ, ਤੁਹਾਡਾ ਤਾਂ ਪੱਕਾ ਨਿਹਚਾ ਹੋ ਗਿਆ ਨਾ, ਗੁਰੂ ਤੁਹਾਨੂੰ ਲੱਭ ਗਏ। ਗੁਰੂ ਦੇ ਜੋ ਲੱਛਣ ਹੁੰਦੇ ਨੇ, ਘਰਵੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਜਿਹੜਾ ਇਸ ਘਰ ਦੇ ਅੰਦਰ ਵਾਹਿਗੁਰੂ ਦਾ ਘਰ ਦਿਖਾ ਦੇਵੇ ਉਹ ਸਤਿਗੁਰੂ ਹੋਇਆ ਕਰਦਾ। ਇਹ ਨਹੀਂ ਹੁੰਦਾ ਵੀ ਸਤਿਗੁਰੂ ਕਦੇ ਹੋਇਆ ਹੀ ਨਹੀਂ। ਜੁਗਾਂ ਜਗਾਂਤਰਾਂ ਤੋਂ ਸਤਿਗੁਰੂ ਹੁੰਦੇ ਤੁਰੇ ਆਏ ਨੇ। ਜਦ ਤੱਕ ਸੰਸਾਰ ਨੇ ਰਹਿਣਾ ਸਤਿਗੁਰੂ ਆਉਂਦੇ ਰਹਿਣੇ ਨੇ। ਕੋਈ ਦੀਵਾਰ ਨਹੀਂ ਕਰ ਸਕਦਾ, ਬੰਦਿਸ਼ ਨਹੀਂ ਪਾ ਸਕਦਾ। ਇਹ ਅਕਾਲ ਪੁਰਖ ਦੀ ਮੌਜ ਹੈ। ਸੋ ਉਹਦੀਆਂ ਨਿਸ਼ਾਨੀਆਂ ਗੁਰੂ ਸਾਹਿਬ ਨੇ ਲਿਖ ਦਿੱਤੀਆਂ ਕਿ ਜੋ ਐਸਾ ਪੁਰਸ਼ ਹੋਏਗਾ, ਭਾਈ ਗੁਰਦਾਸ ਜੀ ਨੇ ਵੀ ਲਿਖ ਦਿੱਤੀਆਂ ਕਿ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਜਿਹਾ ਬੀਜੈ ਸੋ ਲੁਣੈ ਫਲ ਕਰਮ ਸੰਭਾਲਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਐ ਤਿਹੋ ਵਿਖਾਲਾ। ਜੇ ਤੁਸੀਂ ਪਾਰ ਬ੍ਰਹਮ ਪਰਮੇਸ਼ਰ ਗੁਰੂ ਨੂੰ ਜਾਣੋਗੇ ਤਾਂ ਸੱਚਮੁੱਚ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋਣਗੇ। ਜੇ ਗੁਰੂ ਨੂੰ ਇੱਕ ਮਨੁੱਖ ਜਾਣੋਗੇ ਤਾਂ ਫਿਰ ਮਨੁੱਖੇ ਦਿਸੇਗਾ। ਸੋ ਜਿਹਾ ਜਿਹਾ ਮੂੰਹ ਕਰਕੇ ਦੇਖ ਲਿਆ, ਜਿੰਨੀ ਸ਼ਰਧਾ ਦੇ ਨਾਲ ਗੁਰੂ ਨੂੰ ਦੇਖ ਲਿਆ, ਓਨਾ ਹੀ ਫਲ ਪ੍ਰਾਪਤ ਹੋਏਗਾ। ਸੇਵਕ ਦਰਗੇ ਸੁਰਖਰੂ ਬੇਮੁਖ ਮੁਖ ਕਾਲਾ। ਜੋ ਸੇਵਾ ਵਾਲੇ ਨੇ ਦਰਗਾਹ ਛੁੱਟ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਤਰਕ ਹੁੰਦੀ ਹੈ, ਗਿਣਤੀ ਹੁੰਦੀ ਹੈ, ਗੁਰੂ ਨਾਲ ਗਿਣਤੀ ਰੱਖਦੇ ਨੇ, ਉਹ ਰਹਿ ਜਾਇਆ ਕਰਦੇ। ਸੋ ਫਰਮਾਨ ਕੀਤਾ ਕਿ ਘਰਵੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਪੰਜ ਸ਼ਬਦ ਤੁਨਕਾਰ ਤੁਨ ਬਾਜਿਆ ਸ਼ਬਦ ਨਿਸ਼ਾਨ। ਉਹ ਘਰ ਕੋਈ ਐਵੇਂ ਫੋਕਾ ਨਹੀਂ ਹੁੰਦਾ, ਇਮੈਜਨਰੀ ਨਹੀਂ ਹੁੰਦਾ। ਉੱਥੇ ਕਹਿੰਦੇ ਨਿਸ਼ਾਨੀਆਂ ਨੇ ਪੰਜ ਸ਼ਬਦਾਂ ਦੀਆਂ, ਅਤੇ ਲਗਾਤਾਰ ਧੁਨਵੇਂ ਧਿਆਨ, ਧਿਆਨਵੇਂ ਜਾਣਿਆ ਗੁਰਮੁਖ ਕਥ ਕਹਾਣੀ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਵਜੰਤਰ ਤੇ ਸਾਜ ਤਖਤ ਸੁਲਤਾਨ। ਸੁਖਮਨ ਕਹਿ ਕਰ ਰਾਗ ਸੁਨ, ਸੁਨ ਮੰਡਲ ਲਿਵ ਲਾਏ, ਕਥ ਕਥਾ ਵਿਚਾਰੀਐ ਮਨਸਾ ਮਨੇ ਸਮਾਏ। ਸਾਰੀਆਂ ਹੀ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਗੁਰੂ ਨੂੰ ਮਿਲ ਕੇ, ਕੋਈ ਵਾਸ਼ਨਾ ਨਹੀਂ ਰਹਿੰਦੀ ਬਾਕੀ। ਜੋ ਕੁਛ ਕਰਾ ਰਿਹਾ ਗੁਰੂ ਕਰਾ ਰਿਹਾ। ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਜਿਸ ਵਕਤ ਬੁੱਧੂ ਸ਼ਾਹ ਸਢੌਰੇ ਵਾਲੇ ਪੀਰ ਆਉਂਦੇ ਨੇ, ਉਸ ਵੇਲੇ ਆਪ ਨੇ ਇੱਕ ਬੇਨਤੀ ਕੀਤੀ ਕਿ ਪਾਤਸ਼ਾਹ ਮੈਨੂੰ ਸਮਝ ਨਹੀਂ ਆਉਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਫਰਮਾਨ ਆਉਂਦਾ ਹੈ ਕਿ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੈ ਨਾ ਪਰ ਬਾਂਖੀ ਤਾਂ। ਇਹਦੇ ਵਿੱਚ ਦੋ ਰਹਿੰਦੇ ਨੇ। ਇੱਕ ਉਹ ਹੈ ਜਿਹੜਾ ਘੁੰਮਦਾ ਫਿਰਦਾ, ਉਡਾਰੀਆਂ ਮਾਰਦਾ, ਪੰਖੀ ਬਿਰਖ ਸੁਹਾਵੜੇ ਉੱਡੇ ਚੌਦਿਸ ਜਾਏ, ਜੇਤਾ ਉੱਡੇ ਦੂ ਕਣੋ ਦਾਜੇ ਤੇ ਵਿਲਾਏ। ਉਹ ਦੱਜਦਾ ਰਹਿੰਦਾ, ਵਿਲਾਪ ਕਰਦਾ ਰਹਿੰਦਾ। ਇੱਕ ਉਹ ਹੈ ਜਿਹੜਾ ਪਰਮਾਨੰਦ 'ਚ ਰਹਿੰਦਾ, ਕਿਤੇ ਆਉਂਦਾ ਨਹੀਂ ਜਾਂਦਾ ਨਹੀਂ, ਮੈਨੂੰ ਨਹੀਂ ਪਤਾ ਲੱਗਦਾ ਮੈਂ ਕੌਣ ਹਾਂ। ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ ਕਿ ਅੱਲਾ ਦਾ ਵਸਲ ਕਿਵੇਂ ਹੋਵੇ। ਮਹਾਰਾਜ ਕਹਿੰਦੇ ਬੁੱਧੂ ਸ਼ਾਹ, ਜਿਵੇਂ ਰਾਤ ਦਾ ਅਤੇ ਦਿਨ ਦਾ ਮਿਲਾਪ ਹੈ, ਇਸ ਤਰ੍ਹਾਂ ਹੀ ਅੱਲਾ ਦਾ ਵਸਲ ਹੁੰਦਾ ਹੈ। ਹੈਰਾਨ ਹੋ ਗਿਆ ਕਿ ਸੱਚੇ ਪਾਤਸ਼ਾਹ, ਰਾਤ ਤਾਂ ਅੱਜ ਤੱਕ ਦਿਨ ਨੂੰ ਨਹੀਂ ਮਿਲੀ, ਰਾਤ ਖਤਮ ਹੋ ਜਾਂਦੀ ਹੈ ਜਾਂ ਦਿਨ ਚੜ੍ਹ ਜਾਂਦਾ। ਮੈਂ ਆਪ ਦੇ ਉੱਤੇ ਪ੍ਰਸ਼ਨ ਕੀਤਾ ਸੀ ਕਿ ਖੁਦਾ ਕਾ ਵਸਲ ਕੈਸੇ। ਮਹਾਰਾਜ ਕਹਿਣ ਲੱਗੇ ਸੱਚ ਕਾ ਔਰ ਝੂਠ ਕਾ ਜੈਸੇ।
ਫਿਰ ਹੈਰਾਨ ਹੋ ਗਿਆ ਵੀ ਸੱਚ ਤੇ ਝੂਠ ਤਾਂ ਕਦੇ ਆਪਸ ਵਿੱਚ ਮਿਲਦੇ ਨਹੀਂ ਹੈ। ਉਸ ਵੇਲੇ ਖੁੱਲ੍ਹ ਕੇ ਕਿਹਾ ਕਿ ਸੱਚੇ ਪਾਤਸ਼ਾਹ ਮੈਨੂੰ ਪਤਾ ਨਹੀਂ ਲੱਗਦਾ। ਮਹਾਰਾਜ ਕਹਿਣ ਲੱਗੇ ਬੁੱਧੂ ਸ਼ਾਹ, ਜਦ ਸੱਚ ਦਾ ਪ੍ਰਕਾਸ਼ ਹੋ ਜਾਵੇ ਝੂਠ ਜਿਹੜਾ ਇਹ ਖਤਮ ਹੋ ਜਾਂਦਾ। ਕਹਿਣ ਲੱਗਿਆ ਸੱਚੇ ਪਾਤਸ਼ਾਹ ਕੀ ਮੈਂ ਝੂਠ ਹਾਂ? ਮਹਾਰਾਜ ਕਹਿੰਦੇ ਤੂੰ ਜਿਹੜਾ ਅਸਲੀ ਮੈਂ ਹੈ ਉਹ ਤਾਂ ਝੂਠ ਨਹੀਂ ਹੈ, ਜਿਹੜੀ ਨਕਲੀ ਮੈਂ ਤੂੰ ਬਣਾਈ ਬੈਠਾ ਇਹ ਝੂਠ ਹੈ। ਇਹਨੂੰ ਹਉਮੈ ਕਹਿੰਦੇ ਨੇ। ਇਹੀ ਪਰਦਾ ਹੈ ਪਰਮੇਸ਼ਰ ਦੇ ਮਿਲਣ ਵਿੱਚ। ਹਾਂ ਭੀਤ ਭਇਓ ਹੈ ਵਿੱਚੋਂ ਸੁੰਤ ਦੇਸ਼ ਨਿਕਟਾਇਓ। ਜਦ ਤੱਕ ਹੰਗਤਾ ਤੇ ਮਮਤਾ ਸਿੱਖ ਦੀ ਨਹੀਂ ਮਰਦੀ ਉਹਨਾਂ ਚਿਰ ਗੁਰੂ ਉਹਦੇ ਹਿਰਦੇ 'ਚ ਨਹੀਂ ਵੱਸ ਸਕਦਾ। ਦੂਸਰਾ, ਜਦ ਤੱਕ ਉਹਨੂੰ ਇਹ ਨੇਚਾ ਨਹੀਂ ਆਉਂਦਾ। ਸਮੁੰਦ ਬਰੋਲ ਸ੍ਰੀ ਰਾਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰੂ ਦੇ ਹੁੰਦੇ ਗੋਬਿੰਦ ਦੀ ਲਾਲਸਾ ਸਿੱਖ ਦੇ ਮਨ 'ਚ ਨਹੀਂ ਆਉਂਦੀ, ਕਿਉਂਕਿ ਗੁਰੂ ਆਪ ਇਹ ਗੋਬਿੰਦ ਹੈ। ਇੰਨੀ ਸ਼ਰਧਾ ਜਦ ਤੱਕ ਸਾਡੇ ਅੰਦਰ ਨਹੀਂ ਆਉਂਦੀ ਤੇ ਅਸੀਂ ਦੇਖਦੇ ਨਹੀਂ ਹਾਂ ਕਿ ਗੁਰੂ ਮੇਰੇ ਨਾਲ ਹੈ ਹਰ ਵਕਤ। ਕੋਈ ਸਮਾਂ ਨਹੀਂ ਹੈ ਜਦ ਮੈਂ ਗੁਰੂ ਤੋਂ ਦੂਰ ਹੋ ਜਾਵਾਂ, ਓਨੀ ਦੇਰ ਤੱਕ ਸਾਡਾ ਗੁਰੂ ਨਾਲ ਸੰਬੰਧ ਨਹੀਂ ਪੈਂਦਾ। ਸੋ ਤੁਸੀਂ ਭਾਗਾਂ ਵਾਲੇ ਹੋ। ਮੈਂ ਹਮੇਸ਼ਾ ਹੀ ਕਹਿਣਾ ਕਿ ਜਦ ਤੁਹਾਨੂੰ ਸਤਿਗੁਰੂ ਮਿਲ ਗਿਆ ਫਿਰ ਤੁਹਾਨੂੰ ਕੋਈ ਸ਼ੱਕ ਨਹੀਂ ਪੈਣਾ ਚਾਹੀਦਾ। ਪੂਰੇ ਭਰੋਸੇ ਦੇ ਨਾਲ, ਪੂਰੇ ਇਤਕਾਦ ਦੇ ਨਾਲ ਪਰਮੇਸ਼ਰ ਰੂਪ ਮੰਨੋ। ਫਿਰ ਤੁਹਾਨੂੰ ਤਾਂ ਹੁਣ ਕਿਸੇ ਚੀਜ਼ ਦਾ ਘਾਟਾ ਹੀ ਨਹੀਂ ਹੋਣਾ ਚਾਹੀਦਾ, ਕੋਈ ਹਾਜ ਸ਼ਿਕਵਾ ਨਹੀਂ ਹੋਣਾ ਚਾਹੀਦਾ। ਗੁਰੂ ਦੀ ਨਜ਼ਰ ਹੈ ਤੁਹਾਡੇ ਉੱਤੇ, ਗੁਰੂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਗੁਰੂ ਦੇ ਬਗੈਰ ਕੋਈ ਪਾਰ ਅੱਜ ਤੱਕ ਲੰਘਿਆ ਨਹੀਂ ਹੈ। ਸੋ ਮੇਰੀ ਤਾਂ ਇਹ ਬੇਨਤੀ ਹੈ ਸਾਧ ਸੰਗਤ ਦੇ ਚਰਨਾਂ 'ਚ ਕਿ ਭਾਗਾਂ ਵਾਲਿਓ, ਤੁਸੀਂ ਸਤਿਗੁਰੂ ਦੀ ਚਰਨ ਸ਼ਰਨ 'ਚ ਬੈਠੇ ਹੋ। ਜੇ ਕਮਜ਼ੋਰੀਆਂ ਨੇ ਮਨ ਵਿੱਚ ਕੱਢ ਦਿਓ, ਕਿਸੇ ਦੀ ਗੱਲ ਸੁਣਨ ਦੀ ਲੋੜ ਹੀ ਨਹੀਂ ਹੈ। ਸਾਨੂੰ ਕੋਈ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ। ਜਦ ਅਸੀਂ ਮੰਨ ਲਿਆ, ਇੱਕ ਆਪਣਾ ਬਣਾ ਲਿਆ, ਫਿਰ ਉਹਦੇ ਬਣ ਜਾਣਾ। ਕੋਈ ਆਈ ਜਾਵੇ, ਕੋਈ ਕਿਤਾਬ ਕੁਛ ਕਹੀ ਜਾਵੇ, ਕੋਈ ਬੰਦਾ ਕੁਛ ਕਹੀ ਜਾਵੇ, ਸਾਨੂੰ ਕੀ ਬੋਲਦਾ ਬੋਲੀ ਜਾਵੇ, ਪਰ ਸਾਡਾ ਨੇਚਾ ਤਾਂ ਡੁਲਾਇਆ ਨਹੀਂ ਨਾ ਜਾ ਸਕਦਾ। ਅਸੀਂ ਜਿੱਥੇ ਖੜ੍ਹੇ ਹਾਂ ਠੀਕ ਆ। ਦੂਸਰਾ ਇਹ ਹੈ ਕਿ ਜਿਸ ਨੂੰ ਨਾਮ ਨਹੀਂ ਵਿਸਰਦਾ, ਹਰ ਵਕਤ ਨਾਮ 'ਚ ਨਿਵਾਸ ਰੱਖਦਾ ਹੈ, ਜਿਹਦੇ ਅੰਦਰ ਮੈਂ ਖਤਮ ਹੋ ਗਈ। ਮਹਾਰਾਜ ਕਹਿੰਦੇ ਉਹ ਹੈ ਕਿਹਾ ਜਿਹਾ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇ ਆ। ਮਹਾਰਾਜ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜੇ, ਉਹ ਤਾਂ ਆਪ ਪਰਮੇਸ਼ਰ ਨੇ। ਪਰਮੇਸ਼ਰ ਤੇ ਉਸ ਦਾ ਕੋਈ ਫਰਕ ਨਹੀਂ ਹੋਇਆ ਕਰਦਾ। ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਅੱਜ ਆਪ ਦੇ ਦਰਸ਼ਨ ਕਰੇ ਨੇ, ਮਹਾਂਪੁਰਸ਼ਾਂ ਦੇ ਦਰਸ਼ਨ ਕਰੇ ਹੈ। ਮੇਰੇ ਹਿਰਦੇ ਦੇ ਅੰਦਰ ਬੜਾ ਸਤਿਕਾਰ ਹੈ। ਜਦ ਸਤਿਕਾਰ ਹੈ ਤਾਂ ਮੱਲੋ ਮੱਲੀ ਉਹ ਗੱਲ ਨਿਕਲਦੀ ਹੈ, ਚਾਹੇ ਕਿਸੇ ਦਾ ਦੀਵਾਨ ਹੋਵੇ, ਕੋਈ ਬੈਠਾ ਹੋਵੇ, ਤਾਂ ਪਿਆਰ ਵਾਲੇ ਦਾ ਨਾਂ ਲੈਣਾ ਪੈਂਦਾ। ਜਿਹੜਾ ਪਿਆਰ ਵਾਲੇ ਦਾ ਨਾਂ ਨਹੀਂ ਲੈਂਦਾ ਉਹ ਵੀ ਬੜਾ ਗਲਤ ਹੋਇਆ ਕਰਦਾ। ਸੋ ਇਸ ਤਰ੍ਹਾਂ ਇਹ ਸੰਪਰਦਾ ਦੇ ਨਾਲ ਅਤੇ ਸਤਿਗੁਰੂਆਂ ਦੇ ਨਾਲ ਵਾਹਿਗੁਰੂ ਦੀ ਕਿਰਪਾ ਹੈ। ਕੋਈ ਪਿਛਲਾ ਮੇਰਾ ਸੰਯੋਗ ਹੈ ਜਿਹਦੇ ਕਰਕੇ ਮੈਨੂੰ ਇਹ ਬਚਪਨ ਤੋਂ ਹੀ ਪਿਆਰ ਹੈ ਅਤੇ ਹਮੇਸ਼ਾ ਹੀ ਮੈਂ ਦੇਖਦਾ ਕਿ ਉਸੇ ਤਰ੍ਹਾਂ ਦੇ ਗੁਰਸਿੱਖ ਹੋਣ ਜਿਹੇ ਜਿਹੇ ਮਲੇਰਕੋਟਲੇ ਦੇ ਸਾਕੇ ਵੇਲੇ ਸੀ, ਜਿਨ੍ਹਾਂ ਨੇ ਆਪਣਾ ਆਪਾ ਵਾਰ ਦਿੱਤਾ ਸੀ, ਮੈਂ ਨੂੰ ਖਤਮ ਕਰ ਦਿੱਤਾ ਸੀ, ਸਰੀਰ ਤੋਂ ਉੱਪਰ ਹੋ ਚੁੱਕੇ ਸੀ। ਉਹ ਪ੍ਰਵਾਨੇ ਸੀ ਦੇਸ਼ ਦੇ। ਲੇਕਿਨ ਇਹ ਸਾਰੇ ਇੱਕ ਵਾਰੀ ਸਤਿਗੁਰੂ ਜੀ ਉੱਥੇ ਸੀ ਚੰਡੀਗੜ੍ਹ, ਮੈਂ ਬੋਲ ਰਿਹਾ ਸੀ, ਉੱਥੇ ਹੀ ਮੈਂ ਬੇਨਤੀ ਕਰੀ ਸੀ ਕਿ ਨਾਮਧਾਰੀਆਂ ਦੀ ਕੁਰਬਾਨੀ ਜਿਹੜੀ ਹੈ ਉਹ ਸੰਸਾਰ ਨੂੰ ਨਹੀਂ ਪਤਾ ਲੱਗਿਆ। ਕਿਉਂ ਨਹੀਂ ਲੱਗਦਾ? ਕਿਉਂਕਿ ਜਿਹੜਾ ਆਜ਼ਾਦੀ ਦਾ ਮਹਿਲ ਹੈ ਇਹ ਖੜ੍ਹਾ ਬੁਨਿਆਦ ਦੇ ਉੱਤੇ। ਇਹ ਬੁਨਿਆਦ ਦੇ ਵਿੱਚ ਚਿਣੇ ਗਏ ਨੇ। ਅਜੇ ਆਜ਼ਾਦੀ ਦਾ ਸੁਪਨਾ ਨਹੀਂ ਸੀ, ਮੰਦਰ ਨਹੀਂ ਸੀ ਬਣ ਰਿਹਾ ਜਿਸ ਵਕਤ ਇਹ ਬੁਨਿਆਦ ਦੇ ਵਿੱਚ ਚਿਣੇ ਗਏ। ਖਿੜਕੀਆਂ ਨੂੰ, ਬਾਰੀਆਂ ਨੂੰ, ਉੱਪਰਲੀ ਡੈਕੋਰੇਸ਼ਨ ਨੂੰ ਦੇਖ ਕੇ ਤਾਂ ਸਾਰੇ ਹੀ ਕਹਿ ਦਿੰਦੇ ਨੇ ਮਕਾਨ ਬੜਾ ਵਧੀਆ। ਸਿਆਣਾ ਉਹ ਬੰਦਾ ਹੈ ਜਿਹੜਾ ਇਹ ਦੇਖਦਾ ਹੈ ਬਈ ਤਾਜ ਮਹਿਲ ਕਿਸ ਚੀਜ਼ ਦੇ ਉੱਤੇ ਖੜ੍ਹਾ ਹੈ। ਦਰਿਆ ਦਾ ਕੰਢਾ ਹੈ, ਇੰਨਾ ਚਿਰ ਹੋ ਗਿਆ ਕਿਸੇ ਪਾਸਿਓਂ ਦਿਵਿਆ ਨਹੀਂ ਹੈ। ਸੋ ਇਸ ਤਰ੍ਹਾਂ ਨਾਮਧਾਰੀ ਜੋ ਕੁਰਬਾਨੀ ਹੈ ਉਹ ਇਸ ਆਜ਼ਾਦੀ ਦੇ ਮਹਿਲ ਦੀ ਬੁਨਿਆਦ ਹੈ, ਛੁਪੀ ਹੋਈ ਹੈ ਹੇਠਾਂ। ਅਤੇ ਇਹ ਇਨਸਾਫ ਨਹੀਂ ਇਤਿਹਾਸਕਾਰਾਂ ਨੇ ਕੀਤਾ, ਖਾਸ ਕਰਕੇ ਸਾਡੀ ਆਪਣੀ ਕੌਮ ਨੇ ਨਹੀਂ ਕੀਤਾ। ਰੌਲੇ ਰੱਪੇ ਦੇ ਵਿੱਚ ਗੱਲ ਪਾ ਲਈ, ਸਤਿਕਾਰ ਜੋ ਦੇਣਾ ਸੀ ਉਹ ਦੇ ਨਹੀਂ ਸਕੇ। ਸੋ ਮੇਰੀ ਇਹ ਬੇਨਤੀ ਹੈ ਕਿ ਆਪ ਸਾਰੇ ਕਰਦੇ ਹੀ ਹੋ ਸਾਰੇ, ਲੇਕਿਨ ਮੈਂ ਸੰਤੁਸ਼ਟ ਨਹੀਂ ਇਸ ਗੱਲ 'ਤੇ। ਮੈਂ ਇਹ ਕਹਿੰਦਾ ਵੀ ਜੇ ਸਤਿਗੁਰੂ ਹੋਵੇ, ਨੇਚਾ ਹੋਵੇ ਵੀ ਇਹ ਆਪ ਪਰਮੇਸ਼ਰ ਹੈ, ਫਿਰ ਤਾਂ ਸਾਨੂੰ ਪਰਵਾਨੇ ਬਣ ਜਾਣਾ ਚਾਹੀਦਾ।
ਫੇਰ ਨਹੀਂ ਢਿੱਲ ਮਿਰਚ ਚਾਹੀਦੀ। ਜੋ ਵਰਦੀ ਹੈ, ਮੈਂ ਦੇਖਿਆ ਬਾਅਦ ਵਿੱਚ ਪੈਂਟਾਂ ਕੋਟ ਪਾ ਲੈਂਦੇ ਨੇ, ਉਸੇ ਤਰ੍ਹਾਂ ਦੀ ਜ਼ਿੰਦਗੀ ਹੈ। ਉਹ ਨਹੀਂ ਖੁਸ਼ੀ ਆਉਂਦੀ ਵੀ ਇਹ ਨਾਮਧਾਰੀ ਹੈ, ਵੀ ਇਹਨੇ ਕਦੇ ਬੇਈਮਾਨੀ ਨਹੀਂ ਕਰਨੀ, ਕਦੇ ਧੋਖਾ ਨਹੀਂ ਦੇਣਾ। ਇਹ ਬੰਦਗੀ ਕਰਨ ਵਾਲੇ ਲੋਕ ਨੇ, ਇਹਨਾਂ 'ਤੇ ਵਿਸ਼ਵਾਸ ਕਰ ਲਓ। ਪਰ ਉਹ ਜੀਵਨ ਦੇ ਅੰਦਰ ਦੇਖੀਦਾ ਵੀ ਉਹ ਆਮ ਦੁਕਾਨਦਾਰਾਂ ਵਾਂਗਣ ਤੋਂ ਫਿਰਦੇ ਨੇ। ਮੈਂ ਉਹਨਾਂ ਨੂੰ ਵੀ ਕਹਿਣਾ ਹੁੰਦਾ ਵੀ ਤੁਸੀਂ ਨਾਮਧਾਰੀ ਹੋ, ਤੁਹਾਨੂੰ ਕੁਛ ਕਰਕੇ ਦਿਖਾਉਣਾ ਚਾਹੀਦਾ, ਦੁਨੀਆ ਨਾਲੋਂ ਵਿਲੱਖਣ ਜੀਵਨ ਦੇਣਾ ਚਾਹੀਦਾ, ਕਿਉਂਕਿ ਤੁਹਾਨੂੰ ਸਤਿਗੁਰੂ ਦਾ ਮਿਲਾਪ ਹੋ ਚੁੱਕਿਆ। ਦੁਨੀਆ ਸਤਿਗੁਰੂ 'ਤੇ ਵਾਂਝੀ ਫਿਰਦੀ ਹੈ ਅਤੇ ਇਸ ਕਰਕੇ ਦੁਨੀਆ ਨੂੰ ਭਰਮ ਹੈ। ਭਰਮ ਦੇ ਵਿੱਚ ਪਏ ਹੋਏ ਬੰਦੇ ਕਦੇ ਸ਼ੁੱਧ ਨਹੀਂ ਹੋ ਸਕਦੇ। ਸੋ ਭਾਈ ਤੁਸੀਂ ਤਾਂ ਪੂਰਾ ਵਿਸ਼ਵਾਸ ਕਰੋ। ਅਤੇ ਮੇਰੀ ਨਮਸਕਾਰ ਹੈ ਸਤਿਗੁਰੂਆਂ ਨੂੰ, ਸਾਰੀ ਸੰਗਤ ਨੂੰ ਮੇਰਾ ਪ੍ਰਣਾਮ ਹੈ। ਅਤੇ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਂ ਇੱਥੇ ਆ ਕੇ ਦੇਵਤਿਆਂ ਦੇ ਦਰਸ਼ਨ ਕੀਤੇ ਨੇ। ਉਹ ਸੰਗਤ 'ਚ ਆਇਆ ਜਿਸ ਨੇ ਨਾਮ ਨੂੰ ਧਾਰਨ ਕਰਿਆ ਹੋਇਆ। ਨਾਮ ਨੇ ਸਾਰੇ ਸ੍ਰਿਸ਼ਟੀ ਨੂੰ ਧਾਰਨ ਕਰਿਆ ਹੋਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਹਰ ਚੀਜ਼ ਦੇ ਵਿੱਚ ਨਾਮ ਹੈ, ਲੇਕਿਨ ਇਹ ਜੋ ਸੰਪਰਦਾਇ ਇਹਨੇ ਨਾਮ ਨੂੰ ਧਾਰਨ ਕਰਿਆ ਹੋਇਆ। ਨਾਮ ਨੇ ਸਭ ਧਾਰਨ ਕਰੇ ਹੋਏ ਨੇ, ਇਹਨਾਂ ਨੇ ਨਾਮ ਨੂੰ ਧਾਰਨ ਕਰਿਆ ਹੋਇਆ। ਸੋ ਇਸ ਕਰਕੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਫਤਿਹ ਬੁਲਾਉਣਾ, ਭੁੱਲ ਦੀ ਮਾਫੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।